प्यारे बच्चों नमस्कार। मैं सुखदेव सिंह साइंस मास्टर सरकारी सीनियर ਸੈਕੰਡਰੀ ਸਕੂਲ ਨਾਜੋਚੱਕ ਪਠਾਨਕੋਟ ਵਿਖੇ ਸੇਵਾ ਨਿਭਾ ਰਿਹਾ ਹਾਂ। ਪਿਆਰੇ ਵਿਦਿਆਰਥੀਓ, ਅੱਜ ਅਸੀਂ 8ਵੀਂ ਜਮਾਤ ਦਾ ਵਿਗਿਆਨ ਵਿਸ਼ੇ ਦਾ ਅਧਿਆਇ 14 ਬਿਜਲੀ ਧਾਰਾ ਅਤੇ ਇਸ ਦੇ ਰਸਾਇਣਿਕ ਪ੍ਰਭਾਵ ਬਾਰੇ ਪੜ੍ਹਾਂਗੇ। ਅਸੀਂ ਪਹਿਲਾਂ ਹੀ ਸਿੱਖ ਚੁੱਕੇ ਹਾਂ ਕਿ ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਦੀ ਧਾਰਾ ਲੰਘਣ ਦਿੰਦੇ ਹਨ ਉਹ ਬਿਜਲੀ ਦੇ ਸੁਚਾਲਕ ਹੁੰਦੇ ਹਨ ਅਤੇ ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਆਸਾਨੀ ਨਾਲ ਲੰਘਣ ਨਹੀਂ ਦਿੰਦੇ ਉਹ ਬਿਜਲੀ ਦੇ ਕਮਜ਼ੋਰ ਚਾਲਕ ਹੁੰਦੇ ਹਨ। 6ਵੀਂ ਜਮਾਤ ਵਿੱਚ ਅਸੀਂ ਇਹਨਾਂ ਨੂੰ ਪਰਖਣ ਲਈ ਟੈਸਟਰ ਬਣਾਉਣਾ ਸਿੱਖਿਆ ਸੀ, ਜਿਸ ਨਾਲ ਦੇਖਿਆ ਸੀ ਕਿ ਧਾਤਾਂ ਜਿਵੇਂ ਤਾਂਬਾ, ਐਲੂਮੀਨੀਅਮ ਬਿਜਲੀ ਦਾ ਚਾਲਣ ਕਰਦੀਆਂ ਹਨ, ਜਦ ਕਿ ਕੁਝ ਪਦਾਰਥ ਜਿਵੇਂ ਰਬੜ, ਪਲਾਸਟਿਕ ਅਤੇ ਲੱਕੜੀ ਬਿਜਲੀ ਦਾ ਚਾਲਣ ਨਹੀਂ ਕਰਦੀਆਂ। ਹੁਣ ਤੱਕ ਅਸੀਂ ਆਪਣੇ ਟੈਸਟਰ ਨਾਲ ਉਹਨਾਂ ਪਦਾਰਥਾਂ ਦੀ ਜਾਂਚ ਕੀਤੀ ਸੀ ਜਿਹੜੇ ਠੋਸ ਅਵਸਥਾ ਵਿੱਚ ਸਨ। ਕੀ ਦਰਵ ਵੀ ਬਿਜਲੀ ਦਾ ਚਾਲਣ ਕਰਦੇ ਹਨ? ਇਸ ਨੂੰ ਪਰਖਣ ਲਈ ਜਿਸ ਨੂੰ ਅਸੀਂ ਜਮਾਤ 6ਵੀਂ ਵਿੱਚ ਬਣਾਇਆ ਸੀ ਉਸੇ ਟੈਸਟਰ ਦੀ ਵਰਤੋਂ ਕਰਦੇ ਹਾਂ। ਐਕਟੀਵਿਟੀ 14.2 ਨਿੰਬੂ ਦੇ ਰਸ ਜਾਂ ਸਿਰਕੇ ਵਿੱਚ ਬਿਜਲੀ ਚਾਲਣ ਦੀ ਪਰਖ ਕਰਨੀ। ਟੈਸਟਿੰਗ ਆਫ ਕੰਡਕਸ਼ਨ ਆਫ ਇਲੈਕਟ੍ਰੀਸਿਟੀ ਇਨ ਲੈਮਨ ਜੂਸ ਔਰ ਵਿਨੇਗਰ। ਵਿਧੀ: ਇੱਕ ਪਲਾਸਟਿਕ ਦਾ ਬੀਕਰ ਲਓ, ਇਸ ਵਿੱਚ ਨਿੰਬੂ ਦਾ ਰਸ ਜਾਂ ਸਿਰਕਾ ਪਾਓ। ਹੁਣ ਆਪਣੇ ਟੈਸਟਰ ਨੂੰ ਬੀਕਰ ਦੇ ਨੇੜੇ ਲਿਆ ਕੇ ਉਸ ਦੇ ਸਿਰਿਆਂ ਨੂੰ ਨਿੰਬੂ ਦੇ ਰਸ ਜਾਂ ਸਿਰਕੇ ਵਿੱਚ ਡੁਬੋ ਦਿਓ। ਧਿਆਨ ਰੱਖੋ ਕਿ ਦੋਵੇਂ ਸਿਰੇ ਆਪਸ ਵਿੱਚ 1 ਸੈਂਟੀਮੀਟਰ ਤੋਂ ਵੱਧ ਦੂਰੀ 'ਤੇ ਨਾ ਹੋਣ ਅਤੇ ਨਾ ਹੀ ਆਪਸ ਵਿੱਚ ਇੱਕ ਦੂਜੇ ਨੂੰ ਛੂਹਣ। ਜਦੋਂ ਟੈਸਟਰ ਦੇ ਦੋ ਸਿਰਿਆਂ ਵਿਚਲਾ ਦਰਵ ਆਪਣੇ ਵਿੱਚੋਂ ਬਿਜਲੀ ਧਾਰਾ ਗੁਜ਼ਰਨ ਦਿੰਦਾ ਹੈ ਤਾਂ ਸਰਕਟ ਪੂਰਾ ਹੋ ਜਾਂਦਾ ਹੈ ਅਤੇ ਬਲਬ ਚਮਕਣ ਲੱਗ ਪੈਂਦਾ ਹੈ। ਜਦੋਂ ਕੋਈ ਦਰਵ ਬਿਜਲੀ ਧਾਰਾ ਨੂੰ ਆਪਣੇ ਵਿੱਚੋਂ ਲੰਘਣ ਨਹੀਂ ਦਿੰਦਾ ਤਾਂ ਟੈਸਟਰ ਦਾ ਸਰਕਟ ਪੂਰਾ ਨਹੀਂ ਹੁੰਦਾ ਅਤੇ ਬਲਬ ਨਹੀਂ ਚਮਕਦਾ। ਆਓ ਬੱਚਿਓ, ਅਸੀਂ ਇਸ ਕਿਰਿਆ ਦੇ ਆਧਾਰਿਤ ਕੁਝ ਮਹੱਤਵਪੂਰਨ ਪ੍ਰਸ਼ਨਾਂ ਦੀ ਦੁਹਰਾਈ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਅੱਜ ਰਜਨੀਸ਼ ਨੇ ਸਾਇੰਸ ਲੈਬ ਵਿੱਚ ਵੇਖਿਆ ਕਿ ਨਿੰਬੂ ਦਾ ਰਸ ਬਿਜਲੀ ਦਾ ਸੁਚਾਲਕ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਬਿਜਲੀ ਦਾ ਸੁਚਾਲਕ ਹੈ? ਪਹਿਲੀ ਆਪਸ਼ਨ ਹੈ ਸਿਰਕਾ, ਦੂਸਰੀ ਆਪਸ਼ਨ ਹੈ ਟੂਟੀ ਦਾ ਪਾਣੀ, ਤੀਸਰੀ ਆਪਸ਼ਨ ਹੈ ਟਮਾਟਰ ਦਾ ਰਸ, ਚੌਥੀ ਹੈ ਉਪਰੋਕਤ ਸਾਰੇ। ਬੱਚਿਓ, ਪਹਿਲੀ ਆਪਸ਼ਨ ਸਿਰਕਾ, ਇਹ ਵੀ ਬਿਜਲੀ ਦਾ ਸੁਚਾਲਕ ਹੈ। ਦੂਸਰੀ ਆਪਸ਼ਨ ਟੂਟੀ ਦਾ ਪਾਣੀ, ਇਹ ਵੀ ਬਿਜਲੀ ਦਾ ਸੁਚਾਲਕ ਹੈ। ਤੀਸਰੀ ਆਪਸ਼ਨ ਟਮਾਟਰ ਦਾ ਰਸ, ਇਹ ਵੀ ਬਿਜਲੀ ਦਾ ਸੁਚਾਲਕ ਹੈ। ਇਸ ਲਈ ਪਹਿਲੀਆਂ ਤਿੰਨੇ ਆਪਸ਼ਨ ਠੀਕ ਹਨ। ਇਸ ਲਈ ਇਸ ਦਾ ਸਹੀ ਉੱਤਰ ਚੌਥੀ ਆਪਸ਼ਨ ਸੱਸਾ ਭਾਗ ਉਪਰੋਕਤ ਸਾਰੇ ਹੋਵੇਗਾ। ਸੋ ਇਹਦਾ ਉੱਤਰ ਹੋਵੇਗਾ ਸੱਸਾ ਭਾਗ ਉਪਰੋਕਤ ਸਾਰੇ। ਪ੍ਰਸ਼ਨ 2, ਰਵੀ ਨੂੰ ਪਤਾ ਹੈ ਕਿ ਸ਼ੁੱਧ ਪਾਣੀ ਬਿਜਲੀ ਦਾ ਕੁਚਾਲਕ ਹੈ। ਜੇਕਰ ਤੁਸੀਂ ਪਾਣੀ ਵਿੱਚ ਨਮਕ ਘੋਲ ਦਿਓ ਤਾਂ ਕੀ ਹੋਵੇਗਾ? ਪਹਿਲੀ ਆਪਸ਼ਨ ਹੈ ਪਾਣੀ ਬਿਜਲੀ ਦਾ ਸੁਚਾਲਕ ਬਣ ਜਾਵੇਗਾ। ਦੂਸਰੀ ਆਪਸ਼ਨ ਹੈ ਪਾਣੀ ਬਿਜਲੀ ਦਾ ਕੁਚਾਲਕ ਰਹੇਗਾ। ਤੀਜੀ ਆਪਸ਼ਨ ਹੈ ਪਾਣੀ ਨਾ ਸੁਚਾਲਕ ਅਤੇ ਨਾ ਹੀ ਕੁਚਾਲਕ ਹੋਵੇਗਾ। ਚੌਥੀ ਆਪਸ਼ਨ ਹੈ ਉਪਰੋਕਤ 'ਚ ਕੋਈ ਨਹੀਂ। ਜਦੋਂ ਅਸੀਂ ਉਸ ਦੇ ਵਿੱਚ ਤੇਜ਼ਾਬ, ਖਾਰ ਜਾਂ ਲੂਣ ਦਾ ਘੋਲ ਪਾ ਦਿੰਦੇ ਹਾਂ ਤਾਂ ਉਹ ਸੁਚਾਲਕ ਬਣ ਜਾਂਦਾ ਹੈ। ਇਸ ਲਈ ਨਮਕ ਪਾਉਣ ਦੇ ਨਾਲ ਪਾਣੀ ਜੋ ਹੈ ਬਿਜਲੀ ਦਾ ਸੁਚਾਲਕ ਬਣ ਜਾਵੇਗਾ। ਇਸ ਲਈ ਇਸ ਦੀ ਪਹਿਲੀ ਆਪਸ਼ਨ ਊੜਾ ਭਾਗ ਠੀਕ ਹੈ। ਪ੍ਰਸ਼ਨ 3, ਬਿਜਲੀ ਚਾਲਕ ਕੀ ਹੈ? ਉੱਤਰ, ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਲੰਘਣ ਦਿੰਦੇ ਹਨ ਉਹ ਬਿਜਲੀ ਚਾਲਕ ਅਖਵਾਉਂਦੇ ਹਨ। ਪ੍ਰਸ਼ਨ 4, ਬਿਜਲੀ ਰੋਧਕ ਕੀ ਹੈ? ਇਸ ਦਾ ਉੱਤਰ ਹੋਵੇਗਾ ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਆਸਾਨੀ ਨਾਲ ਲੰਘਣ ਨਹੀਂ ਦਿੰਦੇ
ਬਿਜਲੀ ਰੋਧਕ ਅਖਵਾਉਂਦੇ ਹਨ। ਪ੍ਰਸ਼ਨ 5, ਕੀ ਸਾਰੇ ਦਰਵ ਬਿਜਲੀ ਦਾ ਚਾਲਣ ਕਰ ਸਕਦੇ ਹਨ? ਉੱਤਰ, ਨਹੀਂ, ਸਾਰੇ ਦਰਵ ਬਿਜਲੀ ਦਾ ਚਾਲਣ ਨਹੀਂ ਕਰਦੇ। ਪ੍ਰਸ਼ਨ 6, ਕਿਹੜੇ ਦਰਵ ਬਿਜਲੀ ਚਾਲਣ ਕਰ ਸਕਦੇ ਹਨ? ਇਸ ਦਾ ਉੱਤਰ ਹੋਵੇਗਾ ਤੇਜ਼ਾਬ, ਖਾਰ ਅਤੇ ਲੂਣ ਦੇ ਘੋਲ ਬਿਜਲੀ ਦਾ ਚਾਲਣ ਕਰਦੇ ਹਨ। ਪ੍ਰਸ਼ਨ 7, ਕਮਜ਼ੋਰ ਬਿਜਲੀ ਧਾਰਾ ਦਾ ਪ੍ਰੀਖਣ ਕਿਵੇਂ ਹੁੰਦਾ ਹੈ? ਇਸ ਦਾ ਉੱਤਰ ਹੋਵੇਗਾ LED ਦੀ ਵਰਤੋਂ ਦੁਆਰਾ, ਲਾਈਟ ਐਮਿਟਿੰਗ ਡਾਇਓਡ ਦੀ ਵਰਤੋਂ ਦੁਆਰਾ। ਪ੍ਰਸ਼ਨ 8 ਹੈ, ਚਿੱਤਰ ਵਿੱਚ ਦਰਸਾਈ ਗਈ ਵਿਵਸਥਾ ਵਿੱਚ ਬਲਬ ਨਹੀਂ ਚਮਕਦਾ, ਕੀ ਤੁਸੀਂ ਕਾਰਨ ਦੱਸ ਸਕਦੇ ਹੋ? ਇਸ ਦਾ ਉੱਤਰ ਹੋਏਗਾ ਹਾਂ, ਹੋ ਸਕਦਾ ਹੈ ਕਿ ਦਰਵ ਇੰਨਾ ਕਮਜ਼ੋਰ ਹੋਵੇ ਕਿ ਬਲਬ ਨੂੰ ਜਗਾਉਣ ਦੇ ਸਮਰੱਥ ਨਾ ਹੋਵੇ। ਇਸ ਲਈ ਯਕੀਨੀ ਜਾਂਚ ਲਈ LED ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਿਆਰੇ ਬੱਚਿਓ, ਹੁਣ ਅਸੀਂ ਇੱਕ ਹੋਰ ਟੈਸਟ ਬਣਾਉਣ ਲਈ ਬਿਜਲੀ ਧਾਰਾ ਦੇ ਚੁੰਬਕੀ ਪ੍ਰਭਾਵ ਦੀ ਵਰਤੋਂ ਕਰ ਸਕਦੇ ਹਾਂ। ਐਕਟੀਵਿਟੀ ਕਿਰਿਆ 14.3 ਇੱਕ ਟੈਸਟਰ ਬਣਾਉਣਾ ਅਤੇ ਇਸ ਦੀ ਕਾਰਜ ਵਿਧੀ ਨੂੰ ਸਮਝਣਾ। ਵਿਧੀ, ਮਾਚਿਸ ਦੀ ਇੱਕ ਖਾਲੀ ਡੱਬੀ ਵਿੱਚੋਂ ਟਰੇ ਕੱਢ ਲਓ। ਹੁਣ ਚਿੱਤਰ ਵਿੱਚ ਵਿਖਾਏ ਅਨੁਸਾਰ ਇੱਕ ਬਿਜਲੀ ਤਾਰ ਦੇ ਕੁਝ ਫੇਰੇ ਲਪੇਟੋ। ਟਰੇ ਦੇ ਅੰਦਰ ਇੱਕ ਛੋਟੀ ਚੁੰਬਕੀ ਸੂਈ ਰੱਖੋ। ਤਾਰ ਦੇ ਸੁਤੰਤਰ ਸਿਰੇ ਨੂੰ ਬੈਟਰੀ ਦੇ ਇੱਕ ਟਰਮੀਨਲ ਨਾਲ ਜੋੜੋ ਅਤੇ ਤਾਰ ਦੇ ਦੂਜੇ ਸਿਰੇ ਨੂੰ ਖੁੱਲ੍ਹਾ ਛੱਡ ਦਿਓ। ਤਾਰ ਦਾ ਦੂਜਾ ਟੁਕੜਾ ਲੈ ਕੇ ਬੈਟਰੀ ਦੇ ਦੂਜੇ ਟਰਮੀਨਲ ਨਾਲ ਜੋੜੋ। ਹੁਣ ਤਾਰਾਂ ਦੇ ਦੋਵੇਂ ਸਿਰਿਆਂ ਨੂੰ ਇੱਕ ਪਲ ਲਈ ਜੋੜੋ। ਜੇ ਚੁੰਬਕੀ ਸੂਈ ਤੁਰੰਤ ਵਿਖੇਪਣ ਦਿਖਾਏ ਤਾਂ ਤੁਹਾਡਾ ਟੈਸਟਰ ਤਿਆਰ ਹੈ। ਜਦੋਂ ਅਸੀਂ ਤਾਰਾਂ ਦੇ ਸੁਤੰਤਰ ਸਿਰਿਆਂ ਨੂੰ ਨਿੰਬੂ ਦੇ ਰਸ ਵਿੱਚ ਡੋਬਦੇ ਹਾਂ ਤਾਂ ਸੂਈ ਵਿੱਚ ਵਿਖੇਪਣ ਵਿਖਾਈ ਦਿੰਦਾ ਹੈ। ਹੁਣ ਇਸ ਨੂੰ ਪਾਣੀ ਵਿੱਚ ਡੋਬੋ ਅਤੇ ਪੂੰਝ ਕੇ ਸੁਕਾਓ। ਇਸ ਕਿਰਿਆ ਨੂੰ ਹੋਰ ਦਰਵ ਜਿਵੇਂ ਸਿਰਕਾ, ਟੂਟੀ ਦਾ ਪਾਣੀ, ਬਨਸਪਤੀ ਤੇਲ, ਦੁੱਧ, ਕਸੀਦਤ ਪਾਣੀ, ਮਿੱਟੀ ਦਾ ਤੇਲ, ਦਹੀਂ ਦਾ ਪਾਣੀ ਅਤੇ ਸੋਡਾ ਆਦਿ ਨਾਲ ਦੁਹਰਾਓ। ਹਰੇਕ ਸਥਿਤੀ ਵਿੱਚ ਵੇਖੋ ਕਿ ਸੂਈ ਵਿਖੇਪਣ ਦਰਸਾਉਂਦੀ ਹੈ। ਆਪਣੇ ਪ੍ਰੀਖਣਾਂ ਨੂੰ ਸਾਰਣੀ ਵਿੱਚ ਅੰਕਿਤ ਕਰੋ। ਪਿਆਰੇ ਬੱਚਿਓ, ਹੁਣ ਅਸੀਂ ਸਾਰਣੀ 14.1 ਤੋਂ ਵੇਖਦੇ ਹਾਂ ਕਿ ਕੁਝ ਦਰਵ ਬਿਜਲੀ ਦੇ ਸੁਚਾਲਕ ਹਨ ਅਤੇ ਕੁਝ ਕਮਜ਼ੋਰ ਚਾਲਕ ਹਨ। ਜਿਵੇਂ ਨਿੰਬੂ ਦਾ ਰਸ, ਚੁੰਬਕੀ ਸੂਈ ਵਿਖੇਪਣ ਦਰਸਾਉਂਦੀ ਹੈ, ਇਹ ਇੱਕ ਚੰਗਾ ਚਾਲਕ ਹੈ। ਸਿਰਕਾ, ਇਹ ਵੀ ਚੁੰਬਕੀ ਸੂਈ ਵਿਖੇਪਣ ਦਰਸਾਉਂਦੀ ਹੈ, ਇਹ ਵੀ ਇੱਕ ਚੰਗਾ ਚਾਲਕ ਹੈ। ਟੂਟੀ ਦਾ ਪਾਣੀ, ਇਸ ਵਿੱਚ ਵੀ ਚੁੰਬਕੀ ਸੂਈ ਵਿਖੇਪਣ ਦਰਸਾਉਂਦੀ ਹੈ, ਇਸ ਲਈ ਇਹ ਚਾਲਕ ਹੈ। ਬਨਸਪਤੀ ਤੇਲ, ਚੁੰਬਕੀ ਸੂਈ ਵਿਖੇਪਣ ਨਹੀਂ ਦਰਸਾਉਂਦੀ, ਇਸ ਲਈ ਇਹ ਕਮਜ਼ੋਰ ਚਾਲਕ ਹੈ। ਦੁੱਧ, ਇਸ ਵਿੱਚ ਵੀ ਚੁੰਬਕੀ ਸੂਈ ਵਿਖੇਪਣ ਨਹੀਂ ਦਰਸਾਉਂਦੀ, ਇਸ ਲਈ ਇਹ ਕਮਜ਼ੋਰ ਚਾਲਕ ਹੈ। ਸ਼ਹਿਦ, ਇਸ ਵਿੱਚ ਵੀ ਚੁੰਬਕੀ ਸੂਈ ਵਿਖੇਪਣ ਨਹੀਂ ਦਰਸਾਉਂਦੀ, ਇਸ ਲਈ ਇਹ ਕਮਜ਼ੋਰ ਚਾਲਕ ਹੈ। ਕਸੀਦਤ ਪਾਣੀ, ਇਸ ਵਿੱਚ ਵੀ ਚੁੰਬਕੀ ਸੂਈ ਵਿਖੇਪਣ ਨਹੀਂ ਦਰਸਾਉਂਦੀ, ਇਹ ਵੀ ਇੱਕ ਕਮਜ਼ੋਰ ਚਾਲਕ ਹੈ। ਦਹੀਂ ਦਾ ਪਾਣੀ, ਇਸ ਵਿੱਚ ਚੁੰਬਕੀ ਸੂਈ ਵਿਖੇਪਣ ਦਰਸਾਉਂਦੀ ਹੈ, ਇਸ ਲਈ ਇਹ ਇੱਕ ਚੰਗਾ ਚਾਲਕ ਹੈ। ਆਓ ਬੱਚਿਓ, ਇਸ ਕਿਰਿਆ ਦੇ ਆਧਾਰਿਤ ਕੁਝ ਮਹੱਤਵਪੂਰਨ ਪ੍ਰਸ਼ਨਾਂ ਦੀ ਦੁਹਰਾਈ ਕਰਦੇ ਹਾਂ। ਪ੍ਰਸ਼ਨ ਪਹਿਲਾ ਹੈ, ਅੱਜ ਮੋਹਿਤ ਨੂੰ ਪਤਾ ਲੱਗਿਆ ਕਿ ਪੁਰਾਣੇ ਸਮਿਆਂ ਵਿੱਚ ਲੋਕ ਇੱਕ ਯੰਤਰ ਨਾਲ ਦਿਸ਼ਾ ਦਾ ਪਤਾ ਲਗਾਉਂਦੇ ਸਨ। ਉਸ ਯੰਤਰ ਨੂੰ ਕੀ ਕਹਿੰਦੇ ਹਨ? ਪਹਿਲੀ ਆਪਸ਼ਨ ਹੈ ਐਮੀਟਰ, ਦੂਸਰੀ ਆਪਸ਼ਨ ਹੈ ਵੋਲਟਮੀਟਰ,
तीसरी ऑप्शन है चुंबकी सूई, चौथी ऑप्शन है उपरोक्त सारे। सो विद्यार्थियों, इस दे विच तीसरी ऑप्शन चुंबकी सूई सही उत्तर है। प्रश्न 2, दो द्रवां द्रव ए ਅਤੇ द्रव बी ਦੇ ਬਿਜਲੀ ਚਾਲਣ ਦੀ ਪਰਖ ਕਰਨ ਦੇ ਲਈ ਇੱਕ ਟੈਸਟਰ ਦੀ ਵਰਤੋਂ ਕੀਤੀ ਗਈ ਹੈ। ਇਹ ਵੇਖਿਆ ਗਿਆ ਹੈ ਕਿ ਟੈਸਟਰ ਦੇ ਬਲਬ ਦਾ द्रव ए ਵਿੱਚ ਚਮਕੀਲਾ ਪ੍ਰਕਾਸ਼ ਹੋਇਆ, ਜਦ ਕਿ द्रव B ਵਿੱਚ ਬਹੁਤ ਹੀ ਹਲਕਾ ਪ੍ਰਕਾਸ਼ ਹੋਇਆ। ਤੁਸੀਂ ਨਤੀਜਾ ਕੱਢ ਸਕਦੇ ਹੋ ਕਿ ਪਹਿਲੀ ਆਪਸ਼ਨ द्रव A द्रव B ਤੋਂ ਚੰਗਾ ਚਾਲਕ ਹੈ, ਦੂਜੀ ਆਪਸ਼ਨ द्रव B द्रव A ਤੋਂ ਚੰਗਾ ਚਾਲਕ ਹੈ, ਤੀਸਰੀ ਆਪਸ਼ਨ ਦੋਵਾਂ द्रवां ਦੀ ਚਾਲਕਤਾ ਸਮਾਨ ਹੈ, ਚੌਥੀ ਆਪਸ਼ਨ द्रवां ਦੇ ਚਾਲਕਾਂ ਦੇ ਗੁਣਾਂ ਦੀ ਤੁਲਨਾ ਇਸ ਤਰ੍ਹਾਂ ਨਹੀਂ ਕੀਤੀ ਜਾ ਸਕਦੀ। ਸੋ ਬੱਚਿਓ, ਜਦੋਂ ਦੋਨਾਂ द्रवां ਦੀ ਟੈਸਟਰ ਦੇ ਨਾਲ ਪਰਖ ਕੀਤੀ ਗਈ ਤਾਂ ਇਹ ਵੇਖਿਆ ਗਿਆ ਕਿ ਟੈਸਟਰ ਦੇ ਬਲਬ ਦਾ द्रव A ਵਿੱਚ ਚਮਕੀਲਾ ਪ੍ਰਕਾਸ਼ ਪੈਦਾ ਹੋਇਆ, ਜਦ ਕਿ B ਵਿੱਚ ਬਹੁਤ ਹੀ ਹਲਕਾ ਪ੍ਰਕਾਸ਼ ਪੈਦਾ ਹੋਇਆ। ਇਸ ਤੋਂ ਸਪਸ਼ਟ ਹੈ ਕਿ ਪਹਿਲੀ ਆਪਸ਼ਨ द्रव A द्रव B ਤੋਂ ਚੰਗਾ ਚਾਲਕ ਹੈ, ਸਹੀ ਹੈ। ਇਸ ਲਈ ਇਸ ਦਾ ਸਹੀ ਆਪਸ਼ਨ ਜਿਹੜੀ ਹੈ ਉਹ ਊੜਾ ਭਾਗ ਹੈ। ਸੋ ਇਸ ਦਾ ਉੱਤਰ ਊੜਾ ਭਾਗ द्रव A द्रव B ਤੋਂ ਚੰਗਾ ਚਾਲਕ ਹੈ। ਪ੍ਰਸ਼ਨ 3, ਜਦੋਂ ਕਿਸੇ ਟੈਸਟਰ ਦੇ ਸੁਤੰਤਰ ਸਿਰਿਆਂ ਨੂੰ ਕਿਸੇ ਘੋਲ ਵਿੱਚ ਡੋਬਦੇ ਹਾਂ ਤਾਂ ਚੁੰਬਕੀ ਸੂਈ ਵਿਖੇਪਤ ਹੁੰਦੀ ਹੈ। ਅਜਿਹਾ ਕਿਸ ਕਾਰਨ ਹੁੰਦਾ ਹੈ? ਇਸ ਦਾ ਉੱਤਰ ਹੈ ਘੋਲ ਵਿੱਚੋਂ ਬਿਜਲੀ ਧਾਰਾ ਦੇ ਪ੍ਰਵਾਹਿਤ ਹੋਣ ਕਾਰਨ ਚੁੰਬਕੀ ਸੂਈ ਵਿਖੇਪਤ ਹੁੰਦੀ ਹੈ। ਤਾਂ ਅਜਿਹੇ ਘੋਲ ਦੇ ਬਿਜਲੀ ਚਾਲਕ ਹੋਣ ਦੇ ਕਾਰਨ ਹੁੰਦਾ ਹੈ। ਪ੍ਰਸ਼ਨ 4 ਹੈ, ਅਜਿਹੇ 3 द्रवां ਦੇ ਨਾਂ ਲਿਖੋ ਜਿਨ੍ਹਾਂ ਦਾ ਪ੍ਰੇਖਣ ਚਿੱਤਰ ਵਿੱਚ ਦਰਸਾਏ ਅਨੁਸਾਰ ਕਰਨ 'ਤੇ ਚੁੰਬਕੀ ਸੂਈ ਵਿਖੇਪਤ ਹੋ ਸਕੇ। ਇਸ ਦਾ ਉੱਤਰ ਹੋਵੇਗਾ ਤੇਜ਼ਾਬ, ਖਾਰ ਅਤੇ ਲੂਣ ਦੇ ਘੋਲ। ਪ੍ਰਸ਼ਨ 5 ਹੈ, ਕੀ ਸ਼ੁੱਧ ਪਾਣੀ ਬਿਜਲੀ ਦਾ ਚਾਲਕ ਹੈ? ਜੇ ਨਹੀਂ ਤਾਂ ਇਸ ਨੂੰ ਚਾਲਕ ਬਣਾਉਣ ਲਈ ਕੀ ਕਰ ਸਕਦੇ ਹਾਂ? ਇਸ ਦਾ ਉੱਤਰ ਹੋਵੇਗਾ ਨਹੀਂ, ਸ਼ੁੱਧ ਪਾਣੀ ਬਿਜਲੀ ਦਾ ਚਾਲਨ ਨਹੀਂ ਕਰਦਾ। ਇਸ ਨੂੰ ਚਾਲਕ ਬਣਾਉਣ ਲਈ ਇਸ ਵਿੱਚ ਨਮਕ ਜਾਂ ਕੁਝ ਬੂੰਦਾਂ ਹਲਕੇ ਤੇਜ਼ਾਬ ਦੀਆਂ ਮਿਲਾ ਦੇਵਾਂਗੇ। ਪ੍ਰਸ਼ਨ 6 ਹੈ, LED ਕੀ ਹੈ? ਇਸ ਦਾ ਉੱਤਰ ਹੈ ਇਹ ਪ੍ਰਕਾਸ਼ ਉਤਸਰਜਨ ਡਾਇਓਡ ਲਾਈਟ ਅਮਿਟਿੰਗ ਡਾਇਓਡ ਹੈ। ਇਹ ਬਹੁਤ ਕਮਜ਼ੋਰ ਬਿਜਲੀ ਧਾਰਾ ਲੰਘਣ ਨਾਲ ਵੀ ਜਗ ਪੈਂਦੀ ਹੈ। ਅਗਲਾ ਪ੍ਰਸ਼ਨ, ਤਟੀ ਖੇਤਰ ਵਿੱਚ ਰਹਿਣ ਵਾਲਾ ਇੱਕ ਬੱਚਾ ਆਪਣੇ ਟੈਸਟਰ ਨਾਲ ਪੀਣ ਦੇ ਪਾਣੀ ਦੇ ਲਈ ਚੁੰਬਕੀ ਸੂਈ ਵਧੇਰੇ ਵਿਖੇਪਣ ਦਰਸਾਉਂਦੀ ਹੈ। ਇਸ ਦਾ ਕੀ ਕਾਰਨ ਹੈ? ਉੱਤਰ ਹੋਏਗਾ ਸਮੁੰਦਰ ਦੇ ਪਾਣੀ ਵਿੱਚ ਲੂਣਾਂ ਦੀ ਸੰਘਣਤਾ ਵੱਧ ਹੁੰਦੀ ਹੈ, ਜੋ ਇਸ ਵਿੱਚੋਂ ਬਿਜਲੀ ਧਾਰਾ ਲੰਘਣ ਦੀ ਸਮਰੱਥਾ ਨੂੰ ਵਧਾ ਦਿੰਦੀ ਹੈ। ਇਸੇ ਕਾਰਨ ਚੁੰਬਕੀ ਸੂਈ ਵੱਧ ਵਿਖੇਪਤ ਹੁੰਦੀ ਹੈ। ਪ੍ਰਸ਼ਨ 8 ਹੈ ਕਿ ਤੇਜ਼ ਵਰਖਾ ਸਮੇਂ ਕਿਸੇ ਲਾਈਨਮੈਨ ਦੇ ਲਈ ਬਾਹਰਲੀ ਮੁੱਖ ਲਾਈਨ ਦੀਆਂ ਮੁੱਖ ਤਾਰਾਂ ਦੀ ਮੁਰੰਮਤ ਕਰਨਾ ਸੁਰੱਖਿਅਤ ਹੁੰਦਾ ਹੈ? ਵਿਆਖਿਆ ਕਰੋ। ਉੱਤਰ ਨਹੀਂ, ਕਿਸੇ ਲਾਈਨਮੈਨ ਦੇ ਲਈ ਵਰਖਾ ਦੇ ਸਮੇਂ ਬਾਹਰਲੀ ਮੁੱਖ ਲਾਈਨ ਦੇ ਬਿਜਲੀ ਤਾਰਾਂ ਦੀ ਮੁਰੰਮਤ ਕਰਨਾ ਸੁਰੱਖਿਅਤ ਨਹੀਂ ਹੁੰਦਾ, ਕਿਉਂਕਿ ਵਰਖਾ ਦਾ ਪਾਣੀ ਬਿਜਲੀ ਦਾ ਚਾਲਕ ਹੈ। ਅਜਿਹਾ ਕਰਨ ਨਾਲ ਉਸ ਨੂੰ ਝਟਕਾ ਲੱਗ ਸਕਦਾ ਹੈ। ਪ੍ਰਸ਼ਨ 9, ਪਹੇਲੀ ਨੇ ਸੁਣਿਆ ਸੀ ਕਿ ਵਰਖਾ ਦਾ ਪਾਣੀ ਉਨਾ ਹੀ ਸ਼ੁੱਧ ਹੈ ਜਿੰਨਾ ਕਿ ਕਸੀਦਤ ਪਾਣੀ। ਇਸ ਲਈ ਉਸਨੇ ਇੱਕ ਸਾਫ਼ ਕੱਚ ਦੇ ਬਰਤਨ ਵਿੱਚ ਕੁਝ ਵਰਖਾ ਦਾ ਪਾਣੀ ਇਕੱਠਾ ਕਰਕੇ ਟੈਸਟਰ ਨਾਲ ਉਸ ਦਾ ਪ੍ਰੀਖਣ ਕੀਤਾ। ਉਸ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਚੁੰਬਕੀ ਸੂਈ ਵਿਖੇਪਣ ਦਰਸਾਉਂਦੀ ਹੈ।
ਇਸ ਦਾ ਕੀ ਕਾਰਨ ਹੋ ਸਕਦਾ ਹੈ? ਉੱਤਰ, ਵਰਖਾ ਦਾ ਪਾਣੀ ਬੇਸ਼ੱਕ ਸ਼ੁੱਧ ਹੁੰਦਾ ਹੈ, ਪਰੰਤੂ ਵਾਤਾਵਰਣ ਵਿੱਚ ਬਹੁਤ ਸਾਰੀਆਂ ਅਸ਼ੁੱਧੀਆਂ ਹਨ ਜੋ ਕਿ ਵਰਖਾ ਦੇ ਪਾਣੀ ਵਿੱਚ ਘੁਲ ਕੇ ਇਸ ਨੂੰ ਬਿਜਲੀ ਦਾ ਚਾਲਕ ਬਣਾ ਦਿੰਦੀਆਂ ਹਨ। ਪਿਆਰੇ ਬੱਚਿਓ, ਹੁਣ ਅਸੀਂ ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ ਬਾਰੇ ਪੜ੍ਹਾਂਗੇ। ਜਦੋਂ ਬਿਜਲੀ ਕਿਸੇ ਚਾਲਕ ਘੋਲ ਵਿੱਚੋਂ ਲੰਘਦੀ ਹੈ ਤਾਂ ਰਸਾਇਣਿਕ ਪਰਿਵਰਤਨ ਹੁੰਦਾ ਹੈ। ਇਸ ਨੂੰ ਬਿਜਲੀ ਧਾਰਾ ਦਾ ਰਸਾਇਣਿਕ ਪ੍ਰਭਾਵ ਕਹਿੰਦੇ ਹਨ। ਐਕਟੀਵਿਟੀ ਕਿਰਿਆ 14.6 ਪਾਣੀ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਕਰਨਾ ਅਤੇ ਬਿਜਲੀ ਦੇ ਰਸਾਇਣਿਕ ਪ੍ਰਭਾਵ ਨੂੰ ਸਮਝਣਾ। ਵਿਧੀ 2 ਕਾਰਬਨ ਰੌਡ, ਜਿਸ ਨੂੰ ਇਲੈਕਟ੍ਰੋਡ ਕਹਿੰਦੇ ਹਨ, ਲਓ ਅਤੇ ਧਾਤ ਦੀਆਂ ਟੋਪੀਆਂ ਨੂੰ ਸਾਫ਼ ਕਰੋ। ਇਸ ਦੇ 2 ਸਿਰਿਆਂ ਨੂੰ ਬੈਟਰੀ ਨਾਲ ਜੋੜੋ। ਪਾਣੀ ਨੂੰ ਹੋਰ ਚਾਲਕ ਬਣਾਉਣ ਲਈ ਥੋੜ੍ਹਾ ਜਿਹਾ ਨਿੰਬੂ ਦਾ ਰਸ ਜਾਂ ਲੂਣ ਪਾ ਦਿਓ। ਹੁਣ ਇਲੈਕਟ੍ਰੋਡਾਂ ਨੂੰ ਇਸ ਵਿੱਚ ਡੁਬੋ ਦਿਓ। ਇਲੈਕਟ੍ਰੋਡ ਦੀਆਂ ਟੋਪੀਆਂ ਪਾਣੀ ਤੋਂ ਬਾਹਰ ਰਹਿਣੀਆਂ ਚਾਹੀਦੀਆਂ ਹਨ। ਦੋਨੋਂ ਇਲੈਕਟ੍ਰੋਡਾਂ 'ਤੇ ਗੈਸਾਂ ਦੇ ਬੁਲਬੁਲੇ ਦਿਖਾਈ ਦੇਣਗੇ। ਬੈਟਰੀ ਦੇ ਧਨ ਟਰਮੀਨਲ ਨਾਲ ਜੁੜੇ ਇਲੈਕਟ੍ਰੋਡ ਉੱਤੇ ਆਕਸੀਜਨ ਗੈਸ ਦੇ ਬੁਲਬੁਲੇ ਅਤੇ ਹਾਈਡਰੋਜਨ ਦੇ ਬੁਲਬੁਲੇ ਦੂਜੇ ਇਲੈਕਟ੍ਰੋਡ ਉੱਤੇ ਬਣਦੇ ਦਿਖਾਈ ਦੇਣਗੇ। ਹੁਣ ਅਸੀਂ ਇਸ ਕਿਰਿਆ ਦੇ ਆਧਾਰ 'ਤੇ ਕੁਝ ਮਹੱਤਵਪੂਰਨ ਪ੍ਰਸ਼ਨ ਦੀ ਦੁਹਰਾਈ ਕਰਦੇ ਹਾਂ। ਪ੍ਰਸ਼ਨ 1 ਹੈ, ਹੇਠਾਂ ਵਿਖਾਈ ਗਈ ਕਿਰਿਆ ਵਿੱਚ 2 ਵਿਅਰਥ ਸੈੱਲਾਂ ਵਿੱਚੋਂ ਕਾਰਬਨ ਦੀਆਂ ਛੜਾਂ ਕੱਢ ਕੇ ਇਹਨਾਂ ਨੂੰ ਬੈਟਰੀ ਨਾਲ ਜੋੜ ਕੇ ਪਾਣੀ ਦੇ ਬੀਕਰ ਵਿੱਚ ਡੁਬੋ ਦਿੱਤਾ ਗਿਆ। ਕੁਝ ਸਮੇਂ ਬਾਅਦ ਛੜਾਂ ਦੇ ਆਲੇ ਦੁਆਲੇ ਗੈਸ ਦੇ ਬੁਲਬੁਲੇ ਦਿਖਾਈ ਦਿੰਦੇ ਹਨ। ਇਹ ਬੁਲਬੁਲੇ ਕਿਹੜੀ ਗੈਸ ਦੇ ਹੋ ਸਕਦੇ ਹਨ? ਪਹਿਲੀ ਆਪਸ਼ਨ ਹੈ ਨਾਈਟ੍ਰੋਜਨ ਅਤੇ ਕਲੋਰੀਨ। ਦੂਸਰੀ ਆਪਸ਼ਨ ਹੈ ਆਕਸੀਜਨ ਅਤੇ ਹਾਈਡਰੋਜਨ। ਤੀਸਰੀ ਆਪਸ਼ਨ ਹੈ ਹੀਲੀਅਮ ਅਤੇ ਨਿਆਨ। ਚੌਥੀ ਆਪਸ਼ਨ ਹੈ ਇਹਨਾਂ 'ਚੋਂ ਕੋਈ ਨਹੀਂ। ਬੱਚਿਓ, ਜਦੋਂ ਤੇਜ਼ਾਬੀ ਪਾਣੀ ਦੇ ਵਿੱਚੋਂ ਬਿਜਲੀ ਧਾਰਾ ਲੰਘਦੀ ਹੈ ਤਾਂ ਤੁਹਾਨੂੰ ਪਤਾ ਹੈ ਕਿ ਪਾਣੀ ਹਾਈਡਰੋਜਨ ਅਤੇ ਆਕਸੀਜਨ ਦੇ ਵਿੱਚ ਟੁੱਟ ਜਾਂਦਾ ਹੈ। ਇਸ ਲਈ ਇਸ ਦੀ ਦੂਸਰੀ ਆਪਸ਼ਨ ਆਕਸੀਜਨ ਅਤੇ ਹਾਈਡਰੋਜਨ ਸਹੀ ਉੱਤਰ ਹੈ। ਇਸ ਲਈ ਇਸ ਦਾ ਉੱਤਰ ਹੋਵੇਗਾ ਐੜਾ ਆਪਸ਼ਨ ਆਕਸੀਜਨ ਅਤੇ ਹਾਈਡਰੋਜਨ। ਪ੍ਰਸ਼ਨ 2, ਰੀਨਾ ਨੇ ਅੱਜ ਇੱਕ ਸੁੱਕਾ ਸੈੱਲ ਤੋੜਿਆ। ਉਸ ਨੂੰ ਇਸ ਵਿੱਚੋਂ ਇੱਕ ਕਾਲੇ ਰੰਗ ਦੀ ਛੜ ਪ੍ਰਾਪਤ ਹੋਈ। ਇਸ ਛੜ ਨੂੰ ਕੀ ਕਹਿੰਦੇ ਹਨ? ਪਹਿਲੀ ਆਪਸ਼ਨ ਹੈ ਇਲੈਕਟ੍ਰੋਡ। ਦੂਸਰੀ ਹੈ ਇਲੈਕਟ੍ਰੋਲਾਈਟ। ਤੀਸਰੀ ਹੈ ਕੁਚਾਲਕ। ਚੌਥੀ ਹੈ ਉਪਰੋਕਤ ਸਾਰੇ। ਇਹਦੇ ਵਿੱਚ ਪਹਿਲੀ ਆਪਸ਼ਨ ਇਲੈਕਟ੍ਰੋਡ ਸਹੀ ਆਪਸ਼ਨ ਹੈ। ਇਸ ਲਈ ਇਸ ਦਾ ਉੱਤਰ ਹੋਵੇਗਾ ਊੜਾ ਭਾਗ ਇਲੈਕਟ੍ਰੋਡ। ਪਿਆਰੇ ਬੱਚਿਓ, ਹੁਣ ਅਸੀਂ ਬਿਜਲੀ ਮੁਲੰਮਾ ਕਰਨ ਬਾਰੇ ਪੜ੍ਹਾਂਗੇ। ਬੱਚਿਓ, ਤੁਸੀਂ ਆਪਣੇ ਘਰ ਵਿੱਚ ਸਾਈਕਲ ਦਾ ਹੈਂਡਲ ਅਤੇ ਪਹੀਆਂ ਦੇ ਰਿਮ ਕਿੰਨੇ ਚਮਕਦਾਰ ਹੁੰਦੇ ਹਨ? ਕੁਝ ਸਮੇਂ ਬਾਅਦ ਉਹਨਾਂ ਉੱਤੇ ਝਰੀੜ ਪੈ ਜਾਵੇ ਤਾਂ ਉਹਨਾਂ ਦੀ ਚਮਕਦਾਰ ਪਰਤ ਉਤਰ ਜਾਂਦੀ ਹੈ ਅਤੇ ਹੇਠਲੀ ਪਰਤ ਇੰਨੀ ਚਮਕਦਾਰ ਨਹੀਂ ਹੁੰਦੀ। ਜਾਂ ਔਰਤਾਂ ਨੂੰ ਅਜਿਹੇ ਗਹਿਣੇ ਪਹਿਨੇ ਹੋਏ ਵੇਖਿਆ ਹੋਵੇਗਾ ਜੋ ਵੇਖਣ ਵਿੱਚ ਸੋਨੇ ਦੇ ਲੱਗਦੇ ਹਨ, ਪਰ ਲਗਾਤਾਰ ਵਰਤੋਂ ਤੋਂ ਬਾਅਦ ਸੋਨੇ ਦੀ ਪਰਤ ਉਤਰ ਜਾਂਦੀ ਹੈ ਅਤੇ ਹੇਠਲੀ ਪਰਤ ਦਿਖਾਈ ਦੇਣ ਲੱਗਦੀ ਹੈ ਜੋ ਕਿ ਇੰਨੀ ਚਮਕਦਾਰ ਨਹੀਂ ਹੁੰਦੀ। ਇਹਨਾਂ ਦੋਵਾਂ ਹੀ ਹਾਲਤਾਂ ਵਿੱਚ ਇੱਕ ਧਾਤ ਉੱਤੇ ਦੂਜੀ ਧਾਤ ਦੀ ਪਰਤ ਚੜ੍ਹੀ ਹੁੰਦੀ ਹੈ। ਬੱਚਿਓ, ਇੱਕ ਧਾਤ ਦੀ ਸਤ੍ਹਾ ਉੱਤੇ ਦੂਜੀ ਧਾਤ ਦੀ ਪਰਤ ਕਿਸ ਤਰ੍ਹਾਂ ਚੜ੍ਹਾ ਦਿੱਤੀ ਜਾਂਦੀ ਹੈ, ਆਓ ਇਸ ਨੂੰ ਕਿਰਿਆ ਰਾਹੀਂ ਸਮਝਦੇ ਹਾਂ। ਐਕਟੀਵਿਟੀ ਕਿਰਿਆ 14.7 ਬਿਜਲਈ ਮੁਲੰਮਾ ਕਰਨ ਨੂੰ ਸਮਝਣਾ। ਵਿਧੀ 1 ਬੀਕਰ ਵਿੱਚ ਕਸੀਦਤ ਪਾਣੀ ਲਓ ਅਤੇ ਕਾਪਰ ਸਲਫੇਟ ਦਾ ਘੋਲ ਬਣਾਓ। ਇਸ ਨੂੰ ਚਾਲਕ ਬਣਾਉਣ ਲਈ ਇਸ ਵਿੱਚ ਕੁਝ ਬੂੰਦਾਂ ਸਲਫਿਊਰਿਕ ਐਸਿਡ ਦੀਆਂ ਪਾਓ।
ਸਾਫ਼ ਤਾਂਬੇ ਦੀਆਂ ਪਲੇਟਾਂ ਨੂੰ ਤਾਰਾਂ ਰਾਹੀਂ ਬੈਟਰੀ ਦੇ ਟਰਮੀਨਲ ਨਾਲ ਜੋੜੋ। ਪਲੇਟਾਂ ਨੂੰ ਬੀਕਰ ਵਿੱਚ ਕਾਪਰ ਸਲਫੇਟ ਦੇ ਘੋਲ ਵਿੱਚ ਡੁਬੋ ਦਿਓ। ਹੁਣ ਸਰਕਟ ਵਿੱਚ ਲਗਭਗ 5 ਮਿੰਟ ਲਈ ਬਿਜਲੀ ਧਾਰਾ ਦਾ ਪ੍ਰਵਾਹਨ ਕਰੋ। ਤੁਸੀਂ ਦੇਖੋਗੇ ਕਿ ਉਹ ਕਾਪਰ ਇਲੈਕਟ੍ਰੋਡ ਜੋ ਬੈਟਰੀ ਦੇ ਰਿਨ ਟਰਮੀਨਲ ਨਾਲ ਜੁੜਿਆ ਹੈ ਉਸ ਉੱਤੇ ਕਾਪਰ ਦੀ ਪਰਤ ਚੜ੍ਹ ਗਈ ਹੈ। ਜਦੋਂ ਕਾਪਰ ਸਲਫੇਟ ਦੇ ਘੋਲ ਵਿੱਚੋਂ ਬਿਜਲੀ ਧਾਰਾ ਲੰਘਾਈ ਜਾਂਦੀ ਹੈ ਤਾਂ ਕਾਪਰ ਸਲਫੇਟ ਕਾਪਰ ਅਤੇ ਸਲਫੇਟ ਵਿੱਚ ਟੁੱਟ ਜਾਂਦਾ ਹੈ। ਸੁਤੰਤਰ ਕਾਪਰ ਆਇਨ ਬੈਟਰੀ ਦੀ ਰਿਨ ਟਰਮੀਨਲ ਨਾਲ ਜੁੜੀ ਇਲੈਕਟ੍ਰੋਡ ਵੱਲ ਆਕਰਸ਼ਿਤ ਹੁੰਦਾ ਹੈ ਅਤੇ ਇਸ ਉੱਤੇ ਜੰਮ ਜਾਂਦਾ ਹੈ। ਬੱਚਿਓ, ਰੋਜ਼ਾਨਾ ਜੀਵਨ ਵਿੱਚ ਮੁਲੰਮਾ ਕਰਨ ਦੇ ਉਪਯੋਗ। ਗਹਿਣੇ ਬਣਾਉਣ ਵਾਲੇ ਸਸਤੀਆਂ ਧਾਤਾਂ ਉੱਤੇ ਚਾਂਦੀ ਅਤੇ ਸੋਨੇ ਦਾ ਬਿਜਲਈ ਮੁਲੰਮਾਕਰਨ ਕਰਦੇ ਹਨ। ਇਹ ਗਹਿਣੇ ਵੇਖਣ ਵਿੱਚ ਚਾਂਦੀ ਜਾਂ ਸੋਨੇ ਵਰਗੇ ਲੱਗਦੇ ਹਨ, ਪਰ ਅਸਲ ਵਿੱਚ ਇਹ ਬਹੁਤ ਸਸਤੇ ਹੁੰਦੇ ਹਨ। ਨੰਬਰ 2, ਭੋਜਨ ਪਦਾਰਥਾਂ ਦੇ ਭੰਡਾਰਨ ਦੇ ਲਈ ਵਰਤੇ ਜਾਂਦੇ ਟਿਨ ਦੇ ਡੱਬਿਆਂ ਵਿੱਚ ਲੋਹੇ ਉੱਤੇ ਟਿਨ ਦਾ ਮੁਲੰਮਾਕਰਨ ਕੀਤਾ ਜਾਂਦਾ ਹੈ। ਟਿਨ ਲੋਹੇ ਨਾਲੋਂ ਘੱਟ ਕਿਰਿਆਸ਼ੀਲ ਹੁੰਦਾ ਹੈ। ਇਸ ਤਰ੍ਹਾਂ ਭੋਜਨ ਪਦਾਰਥ ਲੋਹੇ ਦੇ ਸੰਪਰਕ ਵਿੱਚ ਨਹੀਂ ਆਉਂਦੇ ਅਤੇ ਖਰਾਬ ਹੋਣ ਤੋਂ ਬਚ ਜਾਂਦੇ ਹਨ। ਨੰਬਰ 3, ਸਾਈਕਲ ਦੇ ਹੈਂਡਲ, ਪਹੀਏ ਦੇ ਰਿਮ, ਕਾਰਾਂ ਦੇ ਭਾਗ ਆਦਿ ਲੋਹੇ ਦੇ ਬਣੇ ਹੁੰਦੇ ਹਨ। ਲੋਹੇ ਨੂੰ ਖੋਲਣ ਤੋਂ ਬਚਾਉਣ ਲਈ ਨਿਕਲ ਜਾਂ ਕ੍ਰੋਮੀਅਮ ਦਾ ਮੁਲੰਮਾਕਰਨ ਕੀਤਾ ਜਾਂਦਾ ਹੈ। ਕ੍ਰੋਮੀਅਮ ਚਮਕਦਾਰ ਵਿਖਾਈ ਦਿੰਦਾ ਹੈ, ਇਹ ਖੁਰਦਾ ਨਹੀਂ। ਕ੍ਰੋਮੀਅਮ ਇੱਕ ਮਹਿੰਗੀ ਧਾਤ ਹੈ, ਇਸ ਲਈ ਪੂਰੀ ਵਸਤੂ ਨੂੰ ਕ੍ਰੋਮੀਅਮ ਦੀ ਬਣਾਉਣਾ ਆਰਥਿਕ ਪੱਖੋਂ ਠੀਕ ਨਹੀਂ ਹੈ। ਕਿਰਿਆ ਦੇ ਆਧਾਰਿਤ ਕੁਝ ਮਹੱਤਵਪੂਰਨ ਪ੍ਰਸ਼ਨਾਂ ਦੀ ਦੁਹਰਾਈ ਕਰਦੇ ਹਾਂ। ਮੇਰਾ ਪਹਿਲਾ ਪ੍ਰਸ਼ਨ ਹੈ, ਰਾਜੀਵ ਨੇ ਨੋਟ ਕੀਤਾ ਕਿ ਲੋਹੇ ਦੇ ਵਾਹਨਾਂ ਉੱਤੇ ਕਿਸੇ ਹੋਰ ਧਾਤ ਦੀ ਪਰਤ ਚੜ੍ਹੀ ਹੁੰਦੀ ਹੈ। ਅਜਿਹਾ ਕਿਉਂ ਕੀਤਾ ਜਾਂਦਾ ਹੈ? ਪਹਿਲੀ ਆਪਸ਼ਨ ਹੈ ਲੋਹੇ ਨੂੰ ਜੰਗਾਲ ਤੋਂ ਬਚਾਉਣ ਲਈ, ਦੂਸਰੀ ਆਪਸ਼ਨ ਹੈ ਮਜ਼ਬੂਤੀ ਲਈ, ਤੀਸਰੀ ਆਪਸ਼ਨ ਹੈ ਸਤ੍ਹਾ ਨੂੰ ਚਮਕਦਾਰ ਬਣਾਉਣ ਲਈ, ਚੌਥੀ ਆਪਸ਼ਨ ਹੈ ਉਪਰੋਕਤ ਸਾਰੇ। ਇਸ ਵਿੱਚ ਪਹਿਲੀ ਆਪਸ਼ਨ ਲੋਹੇ ਨੂੰ ਜੰਗਾਲ ਤੋਂ ਬਚਾਉਣ ਲਈ, ਇਹ ਵੀ ਠੀਕ ਹੈ। ਦੂਸਰੀ ਆਪਸ਼ਨ ਮਜ਼ਬੂਤੀ ਲਈ, ਇਹ ਵੀ ਠੀਕ ਹੈ। ਤੀਸਰੀ ਆਪਸ਼ਨ ਸਤ੍ਹਾ ਨੂੰ ਚਮਕਦਾਰ ਬਣਾਉਣ ਲਈ, ਇਹ ਵੀ ਠੀਕ ਹੈ। ਇਸ ਲਈ ਪਹਿਲੀਆਂ ਤਿੰਨੋਂ ਆਪਸ਼ਨ ਠੀਕ ਹਨ। ਚੌਥੀ ਆਪਸ਼ਨ ਸੱਸਾ ਉਪਰੋਕਤ ਸਾਰੇ ਇਸ ਦਾ ਸਹੀ ਆਨਸਰ ਹੋਵੇਗਾ। ਸੋ ਇਸ ਦਾ ਉੱਤਰ ਹੋਵੇਗਾ ਸੱਸਾ ਭਾਗ ਉਪਰੋਕਤ ਸਾਰੇ। ਪ੍ਰਸ਼ਨ 2, ਤਾਂਬੇ ਦੀਆਂ ਪਲੇਟਾਂ ਦਾ ਬਿਜਲਈ ਮੁਲੰਮਾ ਕਰਨ ਸਮੇਂ ਕਾਪਰ ਸਲਫੇਟ ਦੇ ਘੋਲ ਨੂੰ ਵਧੇਰੇ ਚਾਲਕ ਬਣਾਉਣ ਲਈ ਇਸ ਵਿੱਚ ਕੁਝ ਬੂੰਦਾਂ ਕਿਸ ਦਰਵ ਦੀਆਂ ਪਾਈਆਂ ਜਾਂਦੀਆਂ ਹਨ? ਪਹਿਲੀ ਆਪਸ਼ਨ ਹੈ ਸਲਫਿਊਰਿਕ ਐਸਿਡ, ਦੂਸਰੀ ਆਪਸ਼ਨ ਹੈ ਸੋਡੀਅਮ ਹਾਈਡਰੋਕਸਾਈਡ, ਤੀਸਰੀ ਆਪਸ਼ਨ ਹੈ ਖੰਡ ਦਾ ਘੋਲ, ਚੌਥੀ ਆਪਸ਼ਨ ਹੈ ਮਿੱਟੀ ਦਾ ਤੇਲ। ਜਦੋਂ ਅਸੀਂ ਤਾਂਬੇ ਦੀਆਂ ਪਲੇਟਾਂ ਦਾ ਬਿਜਲਈ ਮੁਲੰਮਾਕਰਨ ਕਰਦੇ ਹਾਂ ਤਾਂ ਅਸੀਂ ਉਸ ਵੇਲੇ ਕਾਪਰ ਸਲਫੇਟ ਦੇ ਘੋਲ ਵਿੱਚ ਕੁਝ ਬੂੰਦਾਂ ਸਲਫਿਊਰਿਕ ਐਸਿਡ ਦੀਆਂ ਪਾਉਂਦੇ ਹਾਂ। ਇਸ ਲਈ ਇਸ ਦੀ ਸਹੀ ਆਪਸ਼ਨ ਪਹਿਲੀ ਊੜਾ ਭਾਗ ਸਲਫਿਊਰਿਕ ਐਸਿਡ ਹੈ। ਸੋ ਇਸ ਦਾ ਉੱਤਰ ਹੋਵੇਗਾ ਊੜਾ ਭਾਗ ਸਲਫਿਊਰਿਕ ਐਸਿਡ। ਪ੍ਰਸ਼ਨ 3 ਹੈ, ਰਮਨ ਦੇ ਮਾਤਾ ਜੀ ਅੱਜ ਸੋਨੇ ਦੀ ਪਰਤ ਵਾਲੇ ਚਾਂਦੀ ਦੇ ਗਹਿਣੇ ਲੈ ਕੇ ਆਏ ਹਨ। ਇੱਕ ਧਾਤ ਦੀ ਸਤ੍ਹਾ ਉੱਤੇ ਦੂਜੀ ਧਾਤ ਦੀ ਪਰਤ ਚੜ੍ਹਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ? ਪਹਿਲੀ ਆਪਸ਼ਨ ਹੈ ਵਾਸ਼ਪੀਕਰਨ, ਦੂਜੀ ਆਪਸ਼ਨ ਹੈ ਬਿਜਲਈ ਮੁਲੰਮਾਕਰਨ, ਤੀਜੀ ਆਪਸ਼ਨ ਹੈ ਕਸੀਦਨ, ਚੌਥੀ ਆਪਸ਼ਨ ਹੈ ਉਪਰੋਕਤ ਸਾਰੇ। ਇਸ ਵਿੱਚ ਦੂਸਰੀ ਆਪਸ਼ਨ ਬਿਜਲਈ ਮੁਲੰਮਾਕਰਨ ਸਹੀ ਉੱਤਰ ਹੈ। ਸੋ ਇਸ ਦਾ ਉੱਤਰ ਹੋਵੇਗਾ ਐੜਾ ਭਾਗ ਬਿਜਲਈ ਮੁਲੰਮਾਕਰਨ। ਪ੍ਰਸ਼ਨ 4, ਕਾਪਰ ਸਲਫੇਟ ਦੇ ਘੋਲ ਵਿੱਚੋਂ ਬਿਜਲੀ ਧਾਰਾ ਲੰਘਾਉਣ 'ਤੇ ਕਾਪਰ ਬੈਟਰੀ ਦੇ ਕਿਸ ਟਰਮੀਨਲ ਨਾਲ ਜੁੜੀ ਕਾਪਰ ਪਲੇਟ ਉੱਪਰ ਤੋਂ ਖੁਰਦਾ ਹੈ? ਪਿਆਰੇ ਬੱਚਿਓ, ਜਦੋਂ ਅਸੀਂ ਕਾਪਰ
ਸਲਫੇਟ ਦੇ ਘੋਲ ਵਿੱਚ ਕਾਪਰ ਦੀਆਂ ਪਲੇਟਾਂ ਡੁਬੋਂਦੇ ਹਾਂ ਤਾਂ ਪਲੇਟ ਦਾ ਜਿਹੜਾ ਸਿਰਾ ਬੈਟਰੀ ਦੇ ਪੋਜ਼ਿਟਿਵ ਟਰਮੀਨਲ ਨਾਲ ਜੁੜਿਆ ਹੁੰਦਾ ਹੈ ਉਸੇ ਪਲੇਟ ਤੋਂ ਕਾਪਰ ਖੁਰਦਾ ਹੈ। ਸੋ ਇਸ ਲਈ ਇਸ ਦੀ ਸਹੀ ਆਪਸ਼ਨ ਊੜਾ ਭਾਗ ਧਨ ਟਰਮੀਨਲ ਹੋਵੇਗਾ। ਸੋ ਇਸ ਦਾ ਉੱਤਰ ਹੋਵੇਗਾ ਊੜਾ ਭਾਗ ਧਨ ਟਰਮੀਨਲ। ਪ੍ਰਸ਼ਨ 6 ਹੈ, ਕਿਸ ਪ੍ਰਕਿਰਿਆ ਦੁਆਰਾ ਸਸਤੀ ਧਾਤ ਨੂੰ ਸੋਨੇ ਜਾਂ ਕ੍ਰੋਮੀਅਮ ਨਾਲ ਢੱਕਿਆ ਜਾਂਦਾ ਹੈ? ਇਸ ਦਾ ਸਹੀ ਉੱਤਰ ਹੋਵੇਗਾ ਬਿਜਲਈ ਮੁਲੰਮਾਕਰਨ। ਪ੍ਰਸ਼ਨ 7 ਹੈ, ਬਿਜਲਈ ਮੁਲੰਮਾਕਰਨ ਕੀ ਹੈ? ਇਸ ਦਾ ਉੱਤਰ ਹੈ ਬਿਜਲਈ ਦੁਆਰਾ ਕਿਸੇ ਪਦਾਰਥ ਉੱਤੇ ਕਿਸੇ ਇੱਛਤ ਧਾਤ ਦੀ ਪਰਤ ਚੜਾਉਣ ਦੀ ਪ੍ਰਕਿਰਿਆ ਨੂੰ ਬਿਜਲਈ ਮੁਲੰਮਾਕਰਨ ਕਹਿੰਦੇ ਹਨ। ਪ੍ਰਸ਼ਨ 8, ਆਪਣੇ ਆਲੇ ਦੁਆਲੇ ਉਪਲਬਧ ਬਿਜਲੀ ਮੁਲੰਮਤ ਵਸਤੂਆਂ ਦੀ ਸੂਚੀ ਬਣਾਓ। ਉੱਤਰ ਹੈ ਨੰਬਰ 1 ਬਾਥਰੂਮ ਦੀਆਂ ਟੂਟੀਆਂ, ਨੰਬਰ 2 ਸਾਈਕਲ ਦਾ ਹੈਂਡਲ, ਨੰਬਰ 3 ਗੈਸ ਬਰਨਰ, ਨੰਬਰ 4 ਨਕਲੀ ਗਹਿਣੇ, ਨੰਬਰ 5 ਕਾਰ ਦੇ ਪਹੀਏ ਰਿਮ। ਪ੍ਰਸ਼ਨ 5 ਹੈ, ਬਿਜਲਈ ਮੁਲੰਮਾਕਰਨ ਵਿੱਚ ਬਿਜਲੀ ਤਾਰਾਂ ਦਾ ਕਿਹੜਾ ਪ੍ਰਭਾਵ ਉਪਯੋਗ ਵਿੱਚ ਆਉਂਦਾ ਹੈ? ਇਸ ਦਾ ਉੱਤਰ ਹੋਵੇਗਾ ਰਸਾਇਣਿਕ ਪ੍ਰਭਾਵ। ਪ੍ਰਸ਼ਨ 10 ਹੈ, ਜੇਕਰ ਕਾਪਰ ਸਲਫੇਟ ਦੇ ਘੋਲ ਵਿੱਚੋਂ ਬਿਜਲੀ ਤਾਰਾ ਲੰਘਾਈ ਜਾਵੇ ਤਾਂ ਕਾਪਰ ਬੈਟਰੀ ਦੇ ਕਿਸ ਟਰਮੀਨਲ ਨਾਲ ਜੁੜੀ ਪਲੇਟ ਉੱਤੇ ਜੰਮਦਾ ਹੈ? ਬੱਚਿਓ, ਅਸੀਂ ਪਹਿਲਾਂ ਵੀ ਇਸ ਤਰ੍ਹਾਂ ਦਾ ਸਵਾਲ ਇੱਕ ਦੇਖਿਆ ਹੈ ਕਿ ਜਦੋਂ ਕਾਪਰ ਸਲਫੇਟ ਦੇ ਘੋਲ ਵਿੱਚ ਤਾਂਬੇ ਦੀਆਂ ਪਲੇਟਾਂ ਡੁਬੋਂਦੇ ਹਾਂ ਤਾਂ ਜਿਹੜੀ ਪਲੇਟ ਬੈਟਰੀ ਦੇ ਰਿਨ ਟਰਮੀਨਲ ਨਾਲ ਜੁੜੀ ਹੋਵੇਗੀ ਉਸੇ ਪਲੇਟ ਦੇ ਉੱਪਰ ਕਾਪਰ ਜੰਮੇਗਾ। ਸੋ ਇਸ ਦਾ ਉੱਤਰ ਹੋਏਗਾ ਰਿਨ ਟਰਮੀਨਲ। ਪ੍ਰਸ਼ਨ 11 ਹੈ, ਬਿਜਲੀ ਤਾਰਾਂ ਦੇ ਵੱਖ-ਵੱਖ ਪ੍ਰਭਾਵਾਂ ਦੇ ਨਾਂ ਦੱਸੋ। ਇਸ ਦਾ ਉੱਤਰ ਹੈ ਬਿਜਲੀ ਤਾਰਾ ਦੇ ਵੱਖ-ਵੱਖ ਪ੍ਰਭਾਵ ਹਨ। ਨੰਬਰ 1 ਤਾਪਣ ਪ੍ਰਭਾਵ, ਨੰਬਰ 2 ਰਸਾਇਣਿਕ ਪ੍ਰਭਾਵ, ਨੰਬਰ 3 ਚੁੰਬਕੀ ਪ੍ਰਭਾਵ। ਸੋ ਪਿਆਰੇ ਬੱਚਿਓ, ਇਸ ਪਾਠ ਵਿੱਚ ਕਿਰਿਆਵਾਂ ਨਾਲ ਸੰਬੰਧਿਤ ਜੋ ਪ੍ਰਸ਼ਨਾਂ ਦੀ ਅਸੀਂ ਦੁਹਰਾਈ ਕੀਤੀ ਹੈ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰੇ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਧੰਨਵਾਦ।